ਸਤਿ ਸ਼੍ਰੀ ਅਕਾਲ ਜੀ। ਮੈਂ ਲਵਪ੍ਰੀਤ ਕੌਰ ਹਾਜ਼ਰ ਹਾਂ ਸੀ ਕੇ.ਐਲ. ਗਰਗ ਦੁਆਰਾ ਲਿਖੀ ਗਈ ਕਹਾਣੀ ਲੈ ਕੇ। ਆਓ ਆਪਾਂ ਸ਼ੁਰੂ ਕਰਦੇ ਹਾਂ। ਅਮਰੀਕਾ ਤੋਂ ਸਾਡੀ ਧੀ ਹੰਸੋ ਦਾ ਲੰਮਾ ਫੋਨ ਆਇਆ ਸੀ। ਉਹ ਕਿੰਨਾ ਚਿਰ ਹੀ ਗੱਲਾਂ ਕਰਦੀ ਰਹੀ ਸੀ। ਹਮੇਸ਼ਾ ਹੱਸ-ਹੱਸ ਗੱਲਾਂ ਕਰਨ ਵਾਲੀ ਧੀ ਨੂੰ ਇਸ ਵਾਰ ਕੀ ਹੋ ਗਿਆ ਸੀ? ਉਸਦੇ ਬੋਲ ਟੁੱਟ-ਟੁੱਟ ਕੇ ਆ ਰਹੇ ਸਨ। ਉਹਦੀ ਆਵਾਜ਼ ਤੋਂ ਲੱਗਦਾ ਸੀ ਜਿਵੇਂ ਰੋ ਰਹੀ ਹੋਵੇ। ਪਲ-ਪਲ ਪਿੱਛੋਂ ਬੁਸ-ਬੁਸ ਜਿਹੀ ਕਰਦੀ ਜਾਪਦੀ ਸੀ। ਕਹਿ ਰਹੀ ਸੀ, ਡੈਡੀ, ਹੁਣ ਪਤਾ ਲੱਗਦਾ ਬਈ ਇੱਥੇ ਇੰਡੀਆ ਹੀ ਰਹਿੰਦੇ ਤਾਂ ਚੰਗਾ ਸੀ। ਕੀ ਲੈਣਾ ਸੀ ਪਰਾਈ ਧਰਤੀ 'ਤੇ ਆ ਕੇ? ਕੰਨ ਵੀ ਗਵਾਏ ਤੇ ਗਹਿਣੇ ਵੀ। ਜਿਹੋ ਜਿਹੀ ਵੀ ਸੀ ਆਪਣੀ ਮਿੱਟੀ 'ਚ ਸਾਹ ਲੈਂਦੇ। ਸਾਡੇ ਵੀ ਉਦੋਂ ਪਤਾ ਨਹੀਂ ਕਿ ਭੂਤ ਸਿਰ 'ਤੇ ਸਵਾਰ ਹੋਇਆ ਸੀ। ਸਮਝੋ ਇੱਕ ਜਵਾਕ ਨੂੰ ਬਾਹਰ ਭੇਜਣ ਦੀ ਧੁਨ ਹੀ ਸਵਾਰ ਹੋਈ ਪਈ ਸੀ। ਅਸੀਂ ਵਾਰ-ਵਾਰ ਇੱਕੋ ਗੱਲ ਦੁਹਰਾਉਂਦੇ ਹੁੰਦੇ ਸਾਂ, ਇੱਥੇ ਕੋਈ ਜਿਉਣਾ ਇੰਡੀਆ 'ਚ? ਮੱਖੀ ਮੱਛਰ ਹੀ ਸਾਹ ਨਹੀਂ ਲੈਣ ਦਿੰਦੇ। ਚਾਰੇ ਪਾਸੇ ਗੰਦਗੀ ਹੀ ਗੰਦਗੀ, ਚਿੱਕੜ ਹੀ ਚਿੱਕੜ। ਕੋਈ ਕੰਮ ਕਿਹੜਾ ਟਾਈਮ 'ਤੇ ਹੁੰਦਾ? ਨਿਆਣੇ ਪਹਿਲਾਂ ਤਾਂ ਪੜ੍ਹਾਉਣੇ ਔਖੇ ਤੇ ਫਿਰ ਰੁਜ਼ਗਾਰ ਨਹੀਂ ਲੱਭਦਾ। ਨੌਕਰੀਆਂ ਅਲਾਦੀਨ ਦਾ ਚਿਰਾਗ ਲੈ ਕੇ ਲੱਭਣ ਵਾਲੀ ਗੱਲ ਹੋਈ ਪਈ ਆ। ਕੀ ਕਰੀਏ ਕੀ ਨਾ ਕਰੀਏ? ਜਿਵੇਂ ਕਹਿੰਦੇ ਹੁੰਦੇ ਨੇ ਬਈ, ਸ਼ੱਕਰਖੋਰੇ ਨੂੰ ਖਾਣ ਲਈ ਸ਼ੱਕਰ ਕਿਸੇ ਨਾ ਕਿਸੇ ਹੀਲੇ ਵਸੀਲੇ ਲੱਭ ਹੀ ਪੈਂਦੀ ਹੁੰਦੀ ਆ। ਹੰਸੋ 3 ਬੱਚਿਆਂ ਤੋਂ ਸਭ ਤੋਂ ਵੱਡੀ ਸੀ। MSc ਤੱਕ ਦੀ ਪੜ੍ਹਾਈ ਵੀ ਕਰ ਚੁੱਕੀ ਸੀ। ਦੇਖਣ ਪਾਖਣ ਨੂੰ ਵਾਹਵਾ ਜੱਚਦੀ ਫੱਬਦੀ ਸੀ। ਕਿਸੇ ਰਿਸ਼ਤੇਦਾਰ ਨੇ ਬਾਹਰੋਂ ਆਏ ਮੁੰਡੇ ਦੀ ਦੱਸ ਪਾਈ। ਝੱਟ ਮੰਗਣੀ ਤੇ ਫੱਟ ਵਿਆਹ ਵਾਲੀ ਗੱਲ ਹੋ ਗਈ ਸੀ। ਮੁੰਡੇ ਵਾਲਿਆਂ ਦੀ ਮੰਗ ਵੀ ਕੋਈ ਖਾਸ ਨਹੀਂ ਸੀ। ਮੁਫਤੋਂ ਮੁਫਤੀ ਵਿਆਹ ਹੁੰਦਾ ਸੀ। ਅੰਨਾ ਕੀ ਭਲਾ 2 ਅੱਖਾਂ। ਪਤਨੀ ਕਹਿਣ ਲੱਗੀ, ਅੱਜ-ਕੱਲ੍ਹ ਤਾਂ ਧੀਆਂ ਦੇ ਵਿਆਹ 'ਤੇ ਪੰਡਾਂ ਭਰ-ਭਰ ਨੋਟਾਂ ਦੀਆਂ ਖਰਚਣੀਆਂ ਪੈਂਦੀਆਂ। ਸਾਹ ਨਹੀਂ ਆਉਂਦਾ ਇੱਕ ਵਿਆਹ ਕਰਕੇ। ਆਪਣੇ ਤਾਂ ਸੁੱਖ ਨਾਲ 2 ਬੈਠੀਆਂ, ਇੱਕ ਦਾ ਕੀ ਕਰੀਏ, ਦੂਜੀ ਦਾ ਫਿਰ ਐਵੇਂ ਕੋਈ ਹੋਰ ਲੱਭ ਪਊ। ਨਾਲੇ ਆਪਣੇ ਹੋਰ ਜੀਆਂ ਲਈ ਬਾਹਰ ਦਾ ਬੂਹਾ ਖੁੱਲ੍ਹ ਜਾਊ। ਸਾਡੇ ਕੁੜਮ ਨੇ ਵੀ ਵਿਆਹ ਵੇਲੇ 1-2 ਪੈਗ ਪੀ ਕੇ ਲਾਚੜਦਿਆਂ ਕਹਿ ਦਿੱਤਾ ਸੀ, ਕੁੜੀ ਤਾਂ ਪਹੁੰਚੀ ਸਮਝੋ ਹੁਣ ਉੱਥੇ। ਤੁਸੀਂ ਵੀ ਭਰਾ ਜੀ ਖਿੱਚ ਲਓ ਤਿਆਰੀ, ਬਸ ਦਿਨਾਂ ਦੀ ਗੱਲ ਹੈ ਹੁਣ ਤਾਂ। ਹੰਸੋ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਸੀ ਰਿਹਾ। ਉਸਨੂੰ ਅਮਰੀਕਾ ਜਾਣ ਦਾ ਸਮਝੋ ਚਾਅ ਹੀ ਚੜ੍ਹ ਗਿਆ ਹੋਇਆ ਸੀ। ਅਮਰੀਕਾ ਵਿਆਹ ਦਾ ਨਾਂ ਸੁਣਦੇ ਹੀ ਉਹ ਤਾਂ ਹਵਾ 'ਚ ਉੱਡੀ ਫਿਰਦੀ ਸੀ। ਗੱਲ-ਗੱਲ 'ਤੇ ਆਖਿਆ ਕਰੇ, ਮੰਮੀ, ਰਾਤੀ ਜਣੀ ਦੀ ਸੁਫਨਾ ਆਇਆ ਮੈਨੂੰ, ਮੈਂ ਜਹਾਜ਼ 'ਚ ਬੈਠੀ ਆਂ। ਏਅਰ ਹੋਸਟੇਸ ਘੜੀ ਮੁੜੀ ਬੈਲਟ ਕੱਸਣ ਲਈ ਆਖੀ ਜਾਵੇ, ਮੈਨੂੰ ਬੈਲਟ ਹੀ ਲਾਉਣੀ ਨਾ ਆਵੇ। ਬੈਲਟ ਕਦੇ ਇੱਧਰੋਂ ਖਿੱਚਾਂ ਕਦੇ ਉੱਧਰੋਂ, ਬਸ ਖਿੱਚ ਖਿਚਾਈ ਮੇਰੀ ਅੱਖ ਖੁੱਲ੍ਹ ਗਈ। ਜਾਗਣ 'ਤੇ ਉਹੀ ਦੇਸੀ ਮੰਜਾ ਤੇ ਉਹੀ ਦੇਸੀ ਕਮਰਾ। ਗੱਲਾਂ ਕਰਕੇ ਮਾਂ ਧੀ ਖੂਬ ਹੱਸਦੀਆਂ। ਮੈਂ ਪੁੱਛਦਾ ਤਾਂ ਹੱਸ-ਹੱਸ ਕਹਿੰਦੀਆਂ, ਡੈਡੀ, ਤੁਹਾਨੂੰ ਦੱਸਣ ਵਾਲੀ ਗੱਲ ਨਹੀਂ, ਦੱਸਿਆ ਤਾਂ ਤੁਸੀਂ ਵੀ ਹੱਸ-ਹੱਸ ਲੋਟ-ਪੋਟ ਹੋ ਜਾਓਗੇ। ਗੱਲ ਹੀ ਐਸੀ ਆ। ਹੰਸੋ ਅਮਰੀਕਾ ਚਲੀ ਗਈ ਸੀ। ਆਪਣੀ ਕਬੀਲਦਾਰੀ ਤੇ ਕੰਮ ਧੰਦੇ 'ਚ ਰੁੱਝ ਗਈ ਸੀ। ਬਾਲ ਬੱਚੇ ਵੀ ਹੋ ਗਏ ਸੀ। ਫਿਰ ਕਦੀ-ਕਦੀ ਉਸਦਾ ਫੋਨ ਆਉਂਦਾ, ਡੈਡੀ, ਇੱਥੇ ਇੰਨਾ ਸੌਖਾ ਨਹੀਂ ਕੰਮ, ਬਹੁਤ ਮਿਹਨਤ ਕਰਨੀ ਪੈਂਦੀ ਆ। ਤੁਸੀਂ ਤਾਂ ਸਮਝਦੇ ਹੋਣੇ ਆ ਵੀ ਡਾਲਰ ਇੱਥੇ ਦਰੱਖਤਾਂ ਨੂੰ ਲੱਗਦੇ ਆ, ਵੀ ਅਸੀਂ ਤੋੜ-ਤੋੜ ਬੈਗ ਭਰੀ ਜਾਂਦੇ ਹਾਂ। ਇੱਕ-ਇੱਕ ਡਾਲਰ ਕਮਾਉਣ ਲਈ ਦੰਦ ਟੁੱਟ ਜਾਂਦੇ ਆ। ਕੰਮ ਨਹੀਂ ਕਰੋਗੇ ਤਾਂ ਆਏ ਬਿੱਲਾਂ ਦੇ ਢੇਰ ਕਿਵੇਂ ਜਮ੍ਹਾਂ ਕਰਾਉਂਗੇ? ਇੱਥੇ ਤਾਂ ਪਤਾ ਹੀ ਨਹੀਂ ਲੱਗਦਾ ਕਦੋਂ ਦਿਨ ਚੜ੍ਹਦਾ ਕਦੋਂ ਛਿਪਦਾ, ਬਸ ਚੱਲ ਸੌ ਚੱਲ ਈ ਆ। ਉਸ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਸਾਡੇ ਤਾਂ ਮੱਚ ਹੀ ਸਮਝੋ ਮਰ ਗਏ ਸੀ। ਵਿਉਂਤਾਂ ਧਰੀਆਂ ਧਰਾਈਆਂ ਹੀ ਰਹਿ ਗਈਆਂ ਸਨ। ਹੰਸੋ ਨੇ ਵੀ ਇੱਕ ਅੱਧ ਵਾਰ ਪੋਲੇ ਜਿਹੇ ਮੂੰਹ ਨਾਲ ਆਖਿਆ ਸੀ, ਮੰਮੀ, ਤੁਸੀਂ ਕਹੋ ਤਾਂ ਤੁਹਾਡੇ ਕਾਗਜ਼ ਭਰ ਦਈਏ, ਪਰ ਉਹ ਹੈ ਕੁਛ ਨਹੀਂ ਇੱਥੇ। ਬੰਦਾ ਆਪਣੀਆਂ ਜੜ੍ਹਾਂ ਤੋਂ ਤਾਂ ਟੁੱਟਦਾ ਹੀ ਆ, ਆਪਣੇ ਆਪ ਨਾਲੋਂ ਵੀ ਟੁੱਟ ਜਾਂਦਾ। ਜਿਹਨੂੰ ਆਪਣੇ ਮੁਲਕ 'ਚ ਰੋਟੀ ਲੱਭਦੀ ਹੋਵੇ, ਪਰਦੇਸਾਂ ਦੀ ਕਾਹਨੂੰ ਖਾਕ ਛਾਣਦਾ ਫਿਰੇ। ਤੁਸੀਂ ਤੇ ਡੈਡੀ ਸੋਹਣੀਆਂ ਨੌਕਰੀਆਂ ਕਰਦੇ ਹੋ, ਇੱਥੇ ਆ ਕੇ ਰਾਤਾਂ ਜਾਗਣ ਦਾ ਕੀ ਲਾਭ? ਉੱਧਰਲੇ ਘਰਾਂ ਨੂੰ ਜਿੰਦਰੇ ਮਾਰ ਕੇ ਇੱਧਰਲੇ ਤਾਲੇ ਖੋਲ੍ਹਣ ਨਾਲ ਕੀ ਮਿਲਣਾ? ਕੁੜੀ ਐਵੇਂ ਭੋਰੇ 'ਚ ਸਿੱਟਤੀ। ਕਦੀ-ਕਦੀ ਬੇਬੇ ਵੀ ਦੁਖੀ ਹੋ ਕੇ ਕਹਿੰਦੀ,
ਹੰਸੋ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਫਿਰ ਕਿਹਦਾ ਮਨ ਕਰਨਾ ਸੀ ਅਮਰੀਕਾ ਜਾਣ ਨੂੰ। ਦੜ ਵੱਟ ਕੇ ਬਹਿ ਗਏ ਸਾਂ। ਇੱਕ ਅੱਧ ਵਾਰ ਜਾ ਕੇ ਮਿਲ ਆਏ ਸਾਂ। ਇਉਂ ਜਾਣਾ ਕਿਹੜਾ ਸੌਖਾ ਕੰਮ ਸੀ। ਸਮਝੋ ਅੱਧਾ ਪ੍ਰਾਈਡੈਂਟ ਫੰਡ ਉੱਡ ਗਿਆ ਸੀ। ਉਂਝ ਕੁੜੀ ਦੇ ਬਾਹਰ ਜਾਣ ਨਾਲ ਰਿਸ਼ਤੇਦਾਰਾਂ ਤੇ ਆਲੇ ਦੁਆਲੇ ਦੇ ਲੋਕਾਂ ਵਿੱਚ ਸਾਡਾ ਰੁਤਬਾ ਵੱਧ ਗਿਆ ਸੀ। ਹਰ ਕੋਈ ਸਾਨੂੰ ਵੱਖਰੀ ਨਜ਼ਰ ਨਾਲ ਹੀ ਦੇਖਣ ਲੱਗ ਪਿਆ ਸੀ। ਇੱਕ ਨੇ ਦੂਸਰੇ ਨਾਲ ਤਾਰੁਫ ਕਰਵਾਉਂਦਿਆਂ ਕਹਿਣਾ, ਇਹਨਾਂ ਦੀ ਧੀ ਗਈ ਹੋਈ ਆ ਅਮਰੀਕਾ। ਦੂਜੇ ਨੇ ਅੱਖਾਂ ਚੌੜੀਆਂ ਕਰਕੇ ਕਹਿ ਦੇਣਾ, ਅੱਛਾ ਜੀ ਵਾਹ ਅਮਰੀਕਾ, ਫਿਰ ਤਾਂ ਗੇੜਾ ਫੇੜਾ ਲੱਗਦਾ ਹੀ ਹੋਣਾ। ਬਾਹਰਲੇ ਮੁਲਕਾਂ ਦੀ ਕੀ ਰੀਸ ਆ ਜੀ, ਆਪਾਂ ਤਾਂ ਇੱਥੇ ਨਿਰਾ ਹੀ ਢੋਈ ਦਾ ਹੈ। ਸਾਨੂੰ ਤਾਂ ਠੱਗੀ ਠੋਰੀ ਨੇ ਵੀ ਮਾਰ ਲਿਆ। ਦੂਜੇ ਮੁਲਕ ਐਵੇਂ ਤਾਂ ਨਹੀਂ ਤਰੱਕੀ ਕਰ ਗਏ, ਕੋਈ ਡਿਸਿਪਲਨ ਹੈ ਉਹਨਾਂ 'ਚ। ਅਸੀਂ ਸੁਣਦੇ ਭਾਵੇਂ ਹੂੰ ਹਾਂ ਕਰਦੇ ਰਹਿੰਦੇ, ਪਰ ਅੰਦਰੋਂ ਅੰਦਰੀ ਸਾਨੂੰ ਆਕੜ ਜਿਹੀ ਚੜ੍ਹ ਜਾਣੀ। ਧੀ ਅਮਰੀਕਾ 'ਚ ਸੀ ਤੇ ਸਾਡੀ ਟੌਰ ਇੱਥੇ ਜੰਮੀ ਹੋਈ ਸੀ। ਧੀ ਹੰਸੋ ਵੀ ਇੱਕ ਦੋ ਚੱਕਰ ਮਾਰ ਗਈ ਸੀ। ਸਾਰਾ ਟੱਬਰ ਉਸ ਦੀਆਂ ਲਿਆਈਆਂ ਜਾਕਟਾਂ ਤੇ ਬੂਟ ਜਰਾਬਾਂ ਪਾ ਬਾਹਰ ਨਿਕਲਦੇ ਤਾਂ ਜਾਣ ਪਹਿਚਾਣ ਵਾਲਿਆਂ ਟਿਚਕਰੀ ਲਹਿਜੇ ਚਾਖਣਾ, ਯਾਰ ਹੁਣ ਤਾਂ ਟੌਰ ਹੋ ਗਈ, ਡਾਲਰਾਂ 'ਚ ਖੇਡਦੇ ਹੋਵੋਗੇ। ਇੱਕ ਜੀ ਬਾਹਰ ਹੋਵੇ ਤਾਂ ਸਮਝੋ ਸਾਰਾ ਟੱਬਰ ਹੀ ਚਲਿਆ ਗਿਆ ਬਾਹਰ। ਅਸੀਂ ਲੱਖ ਕਹਿੰਦੇ, ਓਏ ਭਾਈ ਧੀ ਧਿਆਣੀ ਗਈ ਹੋਈ ਆ ਬਾਹਰ, ਧੀ ਦੇ ਪੈਸਿਆਂ ਨਾਲ ਅਸੀਂ ਕੀ ਖੇਡਣਾ ਹੋਇਆ। ਪਰ ਉਹ ਫਿਰ ਮਸੋਸੇ ਮੂੰਹ ਨਾਲ ਵੀ ਆਖ ਹੀ ਦਿੰਦੇ, ਲੈ ਡਾਲਰ ਤਾਂ ਦੇਖੇ ਹੀ ਹੋਣਗੇ। ਅਸੀਂ ਤਾਂ ਦੇਖੇ ਵੀ ਨਹੀਂ ਹਲੇ ਤੱਕ। ਅਸੀਂ ਕੁਝ ਕਹਿਣਾ ਤਾਂ ਚਾਹੁੰਦੇ, ਪਰ ਧੀ ਧਿਆਣੀ ਦੀ ਗੱਲ ਸੋਚ ਕੇ ਚੁੱਪ ਹੋ ਰਹਿੰਦੇ। ਪਤਾ ਹੀ ਨਹੀਂ ਲੱਗਿਆ 20 ਵਰ੍ਹੇ ਕਿਵੇਂ ਇੱਕ ਕਰਕੇ ਸਾਡੇ ਸਿਰਾਂ ਤੋਂ ਵੀ ਲੰਘ ਗਏ ਸਨ। ਪਤਾ ਹੀ ਨਹੀਂ ਲੱਗਿਆ ਹੰਸੋ ਦੀ ਧੀ ਪੁੱਤ ਕਦੋਂ ਵੱਡੇ ਹੋ ਗਏ ਸਨ। ਕੱਲ੍ਹ ਦੀਆਂ ਗੱਲਾਂ ਸੀ ਤੇ ਹੁਣ ਹੰਸੋ ਦਾ ਬੁੱਸ-ਬੁੱਸ ਕਰਦਾ ਲੰਮਾ ਫੋਨ। ਉਹ ਝੋਰਾ ਉਹਦੇ ਸੰਸੇ। ਹੰਸੇ ਦੀ ਧੀ ਨੇ ਉਹਨਾਂ ਦੀ ਮਰਜ਼ੀ ਬਗੈਰ, ਉਹਨਾਂ ਨਾਲ ਸਲਾਹ ਕੀਤੇ ਬਗੈਰ ਇੱਕ ਕਾਲੇ ਮੁੰਡੇ ਨਾਲ ਕੋਰਟ ਮੈਰਿਜ ਕਰਵਾ ਲਈ ਸੀ। ਹੰਸੋ ਅੰਤਾਂ ਦੀ ਦੁਖੀ ਸੀ। ਹੰਸੋ ਤਾਂ ਚਾਹੁੰਦੀ ਸੀ ਕਿ ਉਹਦੀ ਧੀ ਕਿਸੇ ਆਪਣੀ ਜਾਤ ਬਰਾਦਰੀ ਵਾਲੇ ਮੁੰਡੇ ਨਾਲ ਵਿਆਹੀ ਜਾਂਦੀ, ਪਰ ਚਲੋ ਜੇ ਬਰਾਦਰੀ ਤੋਂ ਬਾਹਰ ਜਾਣਾ ਹੀ ਸੀ ਤਾਂ ਘੱਟੋ ਘੱਟ ਕਿਸੇ ਗੋਰੇ ਮੁੰਡੇ ਨਾਲ ਹੀ ਵਿਆਹ ਕਰਵਾਉਂਦੀ। ਹੰਸੋ ਮੁਤਾਬਿਕ ਮਾਪੇ ਤਾਂ ਐਵੇਂ ਗਾਜਰ ਮੂਲੀ ਹੀ ਹੋ ਗਏ। ਫਿਰ ਇੱਧਰ ਬੇਬੇ ਨੇ ਸੁਣਿਆ ਤਾਂ ਉਸ ਮਨ ਜਿਹਾ ਮਹਿਸੂਸ ਕੇ ਬਸ ਇੰਨਾ ਹੀ ਆਖਿਆ ਸੀ, ਬੱਚਿਆਂ ਨੂੰ ਮਾਪੇ ਪਾਲ ਪੋਸ ਕੇ ਵੱਡਾ ਇਸੇ ਲਈ ਕਰਦੇ ਆ ਕਿ ਉਹ ਵੱਡੇ ਹੋ ਕੇ ਉਹਨਾਂ ਦੀ ਬਾਤ ਹੀ ਨਾ ਪੁੱਛਣ। ਮਾਪੇ ਤਾਂ ਜਿਵੇਂ ਕੋਈ ਚੀਜ਼ ਹੀ ਨਹੀਂ ਹੁੰਦੇ। ਅੱਜ ਕੱਲ੍ਹ ਦੇ ਜਵਾਕਾਂ ਸਾਹਮਣੇ ਕੀ ਬੇਲਾ ਆ ਗਿਆ। ਭੇਜ ਲਓ ਧੀ ਨੂੰ ਅਮਰੀਕਾ। ਕਿੰਨਾ ਚਾਅ ਹੁੰਦਾ ਧੀਆਂ ਨੂੰ ਸ਼ਗਨਾਂ ਨਾਲ ਦੂਜੇ ਘਰ ਤੋਰਨ ਦਾ, ਸਭ ਵਿੱਚੇ ਰਹਿ ਗਿਆ ਧਰਿਆ ਧਰਾਇਆ। ਕਿੰਨੀ ਦੁਖੀ ਹੋਈ ਆ ਆਪਣੀ ਹੰਸੋ ਵਿਚਾਰੀ। ਆਪਾਂ ਤਾਂ ਉਸਨੂੰ ਐਡੀ ਦੂਰੋਂ ਦਿਲਾਸਾ ਵੀ ਨਹੀਂ ਦੇ ਸਕਦੇ। ਬੇਬੇ ਕਈ ਦਿਨ ਕੂੰ ਕਰਦੀ ਰਹੀ ਸੀ। ਸਾਡੇ ਪੁੱਤਰ ਬਲ ਨੇ ਵੀ ਇਸੇ ਤਰ੍ਹਾਂ ਦਾ ਸਿਆਪਾ ਪਾਇਆ ਸੀ। ਉਸਨੇ ਵੀ ਆਪਣੇ ਨਾਲ ਕੰਮ ਕਰਦੀ ਹੋਰ ਜਾਤ ਦੀ ਕੁੜੀ ਨਾਲ ਵਿਆਹ ਕਰਵਾਉਣ ਦੀ ਗੱਲ ਆਖੀ ਸੀ। ਅਸੀਂ ਨਹੀਂ ਸੀ ਮੰਨੇ। ਹਰ ਜਾਤ ਦੇ ਆਪੋ ਆਪਣੇ ਜੀਨਸ ਹੁੰਦੇ ਐ, ਵਿਰੋਧੀ ਜੀਨਾਂ ਨੂੰ ਮਿਲਾਉਣਾ ਜਾਇਜ਼ ਨਹੀਂ। ਹਰ ਜਾਤ ਦਾ ਆਪੋ ਆਪਣਾ ਸਲੀਕਾ ਹੁੰਦਾ। ਕਈ ਵਾਰੀ ਕੀ ਹਰ ਵਾਰੀ ਉਹ ਸਲੀਕਾ ਵਿਰੋਧੀ ਜਾਤਾਂ ਵਾਲਿਆਂ ਨੂੰ ਰਾਸ ਨਹੀਂ ਆਉਂਦਾ ਹੁੰਦਾ ਤੇ ਜਲਦੀ ਹੀ ਚਾਹ ਮੱਠਾ ਪੈਣ ਲੱਗਦਾ। ਫਿਰ ਬਸ ਉਹੀ ਟੈਂ ਤੇ ਟੁੱਟ ਸਿਆਪਾ। ਬਲ ਮਨ ਹੀ ਨਹੀਂ ਸੀ ਰਿਹਾ। ਇਹ ਸਭ ਪੁਰਾਣੀਆਂ ਗੱਲਾਂ ਨੇ। ਹੁਣ ਦੇ ਜ਼ਮਾਨੇ 'ਚ ਇਹਨਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਨਵੇਂ ਜ਼ਮਾਨੇ 'ਚ ਬੰਦੇ ਨੂੰ ਬਦਲਣਾ ਚਾਹੀਦਾ। ਉਹ ਮੂੰਹ ਜਿਹਾ ਮਚਕੋੜ ਕੇ ਕਹਿ ਦਿੱਤਾ ਸੀ, ਅਸੀਂ ਤੈਨੂੰ ਜੰਮਿਆ ਪਾਲਿਆ ਪੜ੍ਹਾਇਆ, ਸਾਡਾ ਤੇਰੀ ਜ਼ਿੰਦਗੀ 'ਚ ਹੁਣ ਕੋਈ ਦਖਲ ਵੀ ਨਹੀਂ ਰਿਹਾ। ਆਖਿਰ ਅਸੀਂ ਅੱਕ ਕੇ ਕਹਿ ਦਿੱਤਾ ਸੀ, ਇਹ ਮੇਰੀ ਚੋਣ ਨਹੀਂ ਸੀ ਡੈਡੀ। ਤੁਸੀਂ ਜੋ ਕੀਤਾ ਆਪਣੇ ਲਈ ਕੀਤਾ। ਵਿਆਹ ਮੈਂ ਆਪਣੀ ਚੋਣ ਨਾਲ ਕਰ ਸਕਦਾ, ਪਰ ਉਹਦੇ ਵਿੱਚ ਸਾਡੀ ਸਲਾਹ ਵੀ ਤਾਂ ਹੋਣੀ ਚਾਹੀਦੀ ਆ ਕਿ ਤੇਰੇ ਵਿਆਹ ਵਿੱਚ ਸਾਡੀ ਚੋਣ ਕੋਈ ਮਾਇਨੇ ਨਹੀਂ ਰੱਖਦੀ। ਫਿਰ ਪਤਾ ਨਹੀਂ ਕੀ ਹੋਇਆ, ਕੁੜੀ ਦਾ ਮਨ ਹੀ ਬਦਲ ਗਿਆ ਜਾਂ ਬਲ ਦਾ ਮਨ ਹੀ ਉੱਡ ਗਿਆ। ਕਹਿ ਨਹੀਂ ਸਕਦੇ ਕੁਝ, ਜਾਂ ਸ਼ਾਇਦ ਉਹਦੀਆਂ ਅੱਖਾਂ ਵਿਚਲੀ ਸ਼ਰਮ ਹੀ ਭੂਰਾ ਮਾਸਾ ਜਾਗ ਪਈ ਹੋਵੇ। ਘੈਂਸ ਤੋਂ ਬਾਅਦ ਉਹ ਵਿਆਹ ਨਹੀਂ ਸੀ ਹੋ ਸਕਿਆ। ਉਸ ਤੋਂ ਬਾਅਦ ਬਲ ਕਿੰਨਾ ਹੀ ਚਿਰ ਥਾਂ ਸਿਰ ਨਹੀਂ ਸੀ ਹੋਇਆ, ਪਰ ਅਸੀਂ ਆਪਣੇ ਹੰਕਾਰ ਦੀ ਜਿੱਤ 'ਤੇ ਖੁਸ਼ ਹੋ ਗਏ ਸਾਂ।
ਅਜੇ ਇਹ ਗੱਲਾਂ ਪਰਿਵਾਰ ਨੂੰ ਭੁੱਲੀਆਂ ਵੀ ਨਹੀਂ ਸਨ ਕਿ ਇੱਕ ਦਿਨ ਅਸੀਂ ਦੇਖਿਆ ਕਿ ਬਰਾਂਡੇ ਦੇ ਰੋਸ਼ਨਦਾਨ ਵਿੱਚ ਚਿੜੀ ਨੇ ਆਲਣਾ ਪਾ ਲਿਆ ਹੋਇਆ ਸੀ। ਉਹ ਸਾਰਾ ਦਿਨ ਤੀਲੇ ਤੇ ਫੂਸ ਲਿਆ ਰੋਸ਼ਨਦਾਨ 'ਚ ਜਮ੍ਹਾਂ ਕਰਦੇ ਰਹਿੰਦੇ ਸਨ। ਪਤਨੀ ਨੇ ਅੱਕ ਕੇ ਆਖਿਆ ਸੀ, ਇਹ ਤਾਂ ਸਾਰਾ ਦਿਨ ਘਰ 'ਚ ਗੰਦ ਪਾਈ ਰੱਖਦੇ ਆ, ਥਾਂ ਥਾਂ ਤੀਲੇ ਫੂਸ ਖਿਲਾਰੀ ਜਾਂਦੇ ਆ, ਸਫਾਈ ਕਰਨੀ ਔਖੀ ਹੋਈ ਪਈ ਆ। ਜੀ ਤਾਂ ਕਰਦਾ ਬਈ ਢਾਂਗੇ ਨਾਲ ਆਲਣਾ ਢਾਹ ਦਿਆਂ, ਆਪੇ ਕਿਤੇ ਹੋਰ ਬਣਾ ਲੈਣਗੇ। ਕਾਹਨੂੰ ਉਜਾੜਦੀਆਂ ਅਗਲਿਆਂ ਦਾ ਘਰ, ਮਸਾਂ ਤਾਂ ਘਰ ਬਣਦਾ ਅੱਜ ਕੱਲ੍ਹ। ਇਸ ਘਰ ਦੀਆਂ ਹੁਣ ਕਰਜ਼ੇ ਤੱਕ ਦੀਆਂ ਕਿਸ਼ਤਾਂ ਭਰੀ ਜਾਂਦੇ ਆ। ਅੱਜ ਕੱਲ੍ਹ ਘਰ ਬਣਾਉਣਾ ਕਿਤੇ ਸੌਖਾ। ਥੋੜ੍ਹੀ ਦੇਰ ਬਾਅਦ ਅਸੀਂ ਦੇਖਿਆ ਕਿ ਆਲਣੇ ਵਿੱਚ ਬੈਠੇ 2 ਬੋਟ ਚੀਂ ਚੀਂ ਕਰ ਰਹੇ ਸਨ। ਉਹਨਾਂ ਦੇ ਮੂੰਹ ਹਮੇਸ਼ਾ ਖੁੱਲ੍ਹੇ ਰਹਿੰਦੇ। ਚਿੜੀ ਬਾਹਰੋਂ ਉਡਾਰੀ ਮਾਰ ਕੇ ਕੁਝ ਨਾ ਕੁਝ ਲਿਆਉਂਦੇ ਤੇ ਉਹਨਾਂ ਦੇ ਅੱਡੇ ਹੋਏ ਮੂੰਹਾਂ 'ਚ ਦਾਣਾ ਦੁੱਕਰ ਪਾਉਂਦੇ। ਕਦੀ ਕੋਈ ਬਿੱਲੀ ਤੁਰਦੀ ਫਿਰਦੀ ਦੇਖ ਲੈਂਦੇ ਤਾਂ ਬੂ ਦਹਾਈ ਪਾ ਦਿੰਦੇ। ਕੋਈ ਜੀ ਰੋਸ਼ਨਦਾਨ ਹੇਠੋਂ ਫਰਸ਼ ਤੋਂ ਕੋਈ ਚੀਜ਼ ਚੁੱਕਣ ਜਾਂਦਾ ਤਾਂ ਉਹ ਅਕਲਕਾਂ ਜਿਹੇ ਹੋ ਜਾਂਦੇ। ਅਜਿਹੇ ਵੇਲੇ ਉਹਨਾਂ ਦੀ ਆਵਾਜ਼ ਬਦਲੀ ਹੁੰਦੀ, ਲੱਗਦਾ ਜਿਵੇਂ ਰੋਣਾ ਜਿਹਾ, ਹੌਂਕਾ ਜਿਹਾ ਉਹਨਾਂ ਦੀ ਆਵਾਜ਼ 'ਚ ਸ਼ਾਮਲ ਹੋ ਰਿਹਾ ਹੁੰਦਾ। ਉਹਨਾਂ ਨੂੰ ਇਉਂ ਰੋਂਦੇ ਕਲਪਦੇ ਦੇਖ ਬੇਬੇ ਆਖਦੀ, ਲੈ ਦੱਸ ਇਹਨਾਂ ਡੁੱਬਦਿਆਂ ਨੇ ਕਿਹੜਾ ਇਹਨਾਂ ਦੀ ਖੱਟੀ ਖਾਣੀ ਆ, ਫਿਰ ਕਿਵੇਂ ਤੜਫਦੇ ਆ ਇਹਨਾਂ ਲਈ ਇਹ ਦੋਵੇਂ। ਬੇਬੇ ਇਹੋ ਜਿਹੇ ਵੇਲੇ ਇੱਕ ਅਖਾਣ ਜ਼ਰੂਰ ਸੁਣਾਉਂਦੀ ਬੋਲਦੀ, ਧੀਆਂ ਜਵਾਈ ਲੈ ਗਏ ਬਹੂਆਂ ਲੈ ਗਈਆਂ ਪੁੱਤ, ਕਹਿ ਅਵਧੂਤ ਸੁਣੋ ਬਈ ਸਾਧੋ, ਪ੍ਰਾਣੀ ਰਹੇ ਊਤ ਕਾਊਤ। ਇੱਕ ਦਿਨ ਇੱਕ ਬੋਟ ਉਡਾਰੀ ਭਰਨ ਲੱਗਿਆ ਆਲਣੇ 'ਚ ਹੇਠਾਂ ਫਰਸ਼ 'ਤੇ ਆ ਡਿੱਗਿਆ। ਚਿੜੀ ਦੀ ਤਾਂ ਜਿਵੇਂ ਜਾਨ ਹੀ ਨਿਕਲ ਗਈ ਹੋਵੇ। ਚੀਂ ਚੀਂ ਕਰਕੇ ਸਾਰਾ ਘਰ ਸਿਰ 'ਤੇ ਚੁੱਕ ਲਿਆ। ਉਹਨਾਂ ਦੀ ਚੀਂ ਇੱਕ ਤਰ੍ਹਾਂ ਦੀ ਦਹਿਸ਼ਤ ਭਰੀ ਪ੍ਰਤੱਖ ਸੁਣ ਰਹੀ ਸੀ। ਉਹ ਦੋਵੇਂ ਉਸਦੇ ਸਿਰ ਦੁਆਲੇ ਹੀ ਚੱਕਰ ਤੇ ਚੱਕਰ ਕੱਢਦੇ ਰਹੇ, ਜਿੰਨਾ ਚਿਰ ਉਹ ਬੋਟ ਮੁੜ ਉੱਡਦਾ ਹੋਇਆ ਹੰਭਲਾ ਮਾਰ ਕੇ ਆਪਣੇ ਆਲਣੇ 'ਚ ਨਹੀਂ ਪਹੁੰਚ ਗਿਆ। ਚਿੜੀ ਆਰਾਮ ਨਾਲ ਨਹੀਂ ਬੈਠੇ। ਰਾਤੀ ਚਿੜੀ ਬੋਟ ਨੂੰ ਜਿਵੇਂ ਬੁੱਕਲ 'ਚ ਲਈ ਬੈਠੀ ਪਲੋਸਦੀ ਰਹੀ ਹੋਵੇ। ਸ਼ਾਂਤ ਚਿੱਤ ਅਲਸਾਈ ਹੋਈ ਬੋਟ ਨੂੰ ਮਮਤਾ ਦਾ ਨਿੱਘ ਦਿੰਦੀ ਹੋਈ। ਹੌਲੀ ਹੌਲੀ ਬੋਟ ਉੱਡਣ ਦਾ ਅਭਿਆਸ ਕਰਨ ਲੱਗ ਪਏ ਸਨ। ਉਹ ਉੱਡ ਕੇ ਕਦੀ ਬਨੇਰੇ 'ਤੇ ਬਹਿ ਜਾਂਦੇ, ਕਦੇ ਦੂਸਰੇ ਰੋਸ਼ਨਦਾਨ ਵਿੱਚ ਜਾ ਬਹਿੰਦੇ। ਬੇਬੇ ਦੇਖ ਕੇ ਕਹਿੰਦੀ, ਦੇਖ ਲੈ ਹੁਣ ਇਹ ਇਹਨਾਂ ਨੂੰ ਕਿਵੇਂ ਉੱਡਣਾ ਸਿਖਾਉਂਦੇ ਨੇ। ਪਤਾ ਵੀ ਐ ਬਈ ਇਹਨਾਂ ਨੇ ਉਡਾਰੀ ਮਾਰ ਜਾਣੀ ਆ, ਮੁੜ ਕੇ ਇਹਨਾਂ ਕੋਲ ਨਹੀਂ ਆਉਣਾ, ਫਿਰ ਵੀ ਇਹ ਇਹਨਾਂ ਨੂੰ ਉੱਡਣਾ ਸਿਖਾਈ ਜਾਂਦੇ ਆ। ਤੇ ਫਿਰ ਇੱਕ ਦਿਨ ਦੋਵੇਂ ਬੋਟ ਸੱਚਮੁੱਚ ਹੀ ਉੱਡ ਗਏ ਸਨ, ਕਦੀ ਨਾ ਮੁੜਨ ਲਈ, ਜਿਵੇਂ ਉਹ ਲੰਮੀ ਉਡਾਰੀ ਮਾਰ ਗਏ ਸਨ। ਰਾਤ ਨੂੰ ਚਿੜੀ ਉਦਾਸ ਜਿਹੇ ਚੁੱਪ-ਚਾਪ ਆਲਣੇ ਵਿੱਚ ਇਕੱਲੇ ਬੈਠੇ ਰਹਿ ਗਏ ਸਨ। ਸ਼ਾਇਦ ਬੋਟਾਂ ਨੂੰ ਉਡੀਕਦੇ ਹੋਣ। ਚੁੱਪ-ਚਾਪ ਸ਼ਾਂਤ ਚਿੱਤ ਜਾਂ ਡੁੱਬ ਰਹੇ ਮਨ ਨਾਲ। ਅੱਜ ਉਹ ਬਿਲਕੁਲ ਨਹੀਂ ਸਨ ਕੂ ਰਹੇ। ਉਹਨਾਂ ਨੂੰ ਇਉਂ ਬੈਠੇ ਦੇਖ ਬੇਬੇ ਤੋਂ ਬੋਲਣੋਂ ਰਿਹਾ ਨਾ ਗਿਆ। ਮੂੰਹ ਜਿਹਾ ਵੱਟ ਕੇ ਕਹਿਣ ਲੱਗੀ, ਲੈ ਇਹ ਚੰਦਰੇ ਬੋਟ ਵੀ ਅਮਰੀਕਨ ਜਵਾਕਾਂ ਵਰਗੇ ਨਿਕਲੇ। ਦੇਖ ਲੈ ਮਾਰ ਗਏ ਉਡਾਰੀ, ਮਾਪਿਆਂ ਨੂੰ ਇਕੱਲੇ ਛੱਡ ਕੇ। ਪਿਛਾਂਹ ਮੁੜ ਕੇ ਨਹੀਂ ਦੇਖਿਆ। ਸਾਡੇ ਕੋਲ ਦੋਵੇਂ ਜਨੌਰਾਂ ਲਈ ਫੋਕੀ ਹਮਦਰਦੀ ਤੋਂ ਬਗੈਰ ਕੁਝ ਨਹੀਂ ਸੀ ਰਿਹਾ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਕਹਾਣੀਆਂ ਵਧੀਆ ਲੱਗਦੀਆਂ ਨੇ ਪਲੀਜ਼ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ ਅਤੇ ਕਮੈਂਟਾਂ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਿਆ ਕਰੋ ਕਿ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ। ਧੰਨਵਾਦ ਜੀ।